है रो मैट्रिक्स। रो मैट्रिक्स ਕਿਹੜਾ मैट्रिक्स है जिस मैट्रिक्स ਦੇ ਵਿੱਚ 1 रो है। 1 रो एग्जांपल है ਆਪਾਂ ਲਿਖ ਸਕਦੇ ਹਾਂ ਇਹਦਾ, ਜਿਵੇਂ ਤੁਸੀਂ ਦੇਖ ਰਹੇ ਹੋ ਇਹਦਾ ਆਰਡਰ ਕਿੰਨਾ ਹੈ 1 into 3, ਤਾਂ ਰੋ ਇਹਦੇ ਵਿੱਚ 1 ਹੈ, ਕਾਲਮ ਕਿੰਨੇ ਨੇ 3, ਤੇ ਕਿਹੜਾ ਮੈਟ੍ਰਿਕਸ ਆਪਣਾ रो मैट्रिक्स है। सेकंड है कॉलम मैट्रिक्स। कॉलम मैट्रिक्स ਦੇ ਵਿੱਚ 1 ਕਾਲਮ ਚਾਹੀਦਾ ਆਪਾਂ ਨੂੰ। एग्जांपल है ਇਹਦੀ कॉलम मैट्रिक्स ਦਾ ਆਪਾਂ ਕੀ एग्जांपल ਲੈ ਸਕਦੇ ਹਾਂ, देखो 1 2 3 4 5 ਇਹ ਦੋਨੋਂ ਕਿਹੜੇ ਨੇ कॉलम मैट्रिक्स ने। ਇਹਦਾ ਆਰਡਰ ਕਿੰਨਾ ਹੈ 3 into 1 है, ਇਹਦਾ 2 into 1 है, ਤਾਂ ਦੋਨੋਂ ਕਿਹੜੇ ਮੈਟ੍ਰਿਕਸ ਨੇ ਇਹ ਕॉलम ਮੈਟ੍ਰਿਕਸ ਨੇ। ਥਰਡ ਹੈ ਟਾਈਪ ਕਰਦੇ ਹਾਂ ਆਪਾਂ ਸਕੁਏਅਰ ਮੈਟ੍ਰਿਕਸ। ਸਕੁਏਅਰ ਮੈਟ੍ਰਿਕਸ ਬੱਚੇ ਉਸ ਮੈਟ੍ਰਿਕਸ ਨੂੰ ਕਹਿੰਦੇ ਨੇ ਜਿਹਦੇ ਵਿੱਚ ਨੰਬਰ ਆਫ ਰੋ ਤੇ ਕਾਲਮ ਦੋਨੋਂ ਸੇਮ ਹੋਣ। ਸੇਮ ਨੰਬਰ of row and column, row and column। एग्जांपल ਲੈਨੇ ਦੀ 2 1 0 4, ਇਹ ਕਿਹੜਾ ਮੈਟ੍ਰਿਕਸ ਹੈ ਸਕੁਏਅਰ ਮੈਟ੍ਰਿਕਸ ਹੈ, ਆਰਡਰ ਕਿੰਨਾ ਇਹਦਾ 2 into 2 ਹੈ। ਸਪੋਜ਼ ਕਰੋ ਇਹ ਵੀ ਐਗਜ਼ਾਮਪਲ ਲੈ ਸਕਦੇ ਆਪਾਂ 0 1 5 2 3 4, ਇਹਦਾ ਆਰਡਰ ਕਿੰਨਾ 3 into 3। ਇਹ ਦੋਨੋਂ ਸਕੁਏਅਰ ਮੈਟ੍ਰਿਕਸ ਨੇ ਜਿਹੜੇ ਸਕੁਏਅਰ ਦੀ ਸ਼ੇਪ ਬਣਾ ਰਹੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਸਕੁਏਅਰ ਦੀ ਸ਼ੇਪ ਬਣਾ ਰਹੇ ਨੇ। ਤਾਂ ਅੱਗੇ ਹੈ ਰੈਕਟੈਂਗੂਲਰ ਮੈਟ੍ਰਿਕਸ। ਤਾਂ ਰੈਕਟੈਂਗੂਲਰ ਮੈਟ੍ਰਿਕਸ ਹੋਣਗੇ ਜਿਸ ਦੇ ਵਿੱਚ ਨੰਬਰ ਆਫ ਰੋ ਤੇ ਕਾਲਮ ਸੇਮ ਨਹੀਂ ਹੋਣਗੇ। ਇਹ ਗੱਲ ਧਿਆਨ 'ਚ ਰਵੇ ਰੈਕਟੈਂਗੂਲਰ ਮੈਟ੍ਰਿਕਸ ਰੋ ਮੈਟ੍ਰਿਕਸ ਤੋਂ ਅਲੱਗ ਹੈ, ਕਿਉਂਕਿ ਇਹਦੇ ਵਿੱਚ ਵੀ ਨੰਬਰ ਆਫ ਕਾਲਮ ਤੇ ਰੋ ਸੇਮ ਨਹੀਂ, ਬਟ ਇੱਕ ਰੈਕਟੈਂਗਲ ਨਹੀਂ ਬਣਾ ਰਹੇ, ਇਸ ਕਰਕੇ ਇਸ ਮੈਟ੍ਰਿਕਸ ਨੂੰ ਆਪਾਂ ਰੈਕਟੈਂਗੂਲਰ ਮੈਟ੍ਰਿਕਸ ਨਹੀਂ ਕਹਿ ਸਕਦੇ। ਤਾਂ ਰੈਕਟੈਂਗੂਲਰ ਮੈਟ੍ਰਿਕਸ ਦੇ ਵਿੱਚ 3 2 1 0 5 4, ਇਹਦਾ ਆਰਡਰ 2 into 3 ਹੈ, ਤਾਂ ਆਪਾਂ ਰੈਕਟੈਂਗੂਲਰ ਮੈਟ੍ਰਿਕਸ ਇਹਨੂੰ ਕਹਿ ਸਕਦੇ ਹਾਂ। ਕਿਹੜਾ ਮੈਟ੍ਰਿਕਸ ਕਹਿ ਸਕਦੇ ਹਾਂ ਰੈਕਟੈਂਗੂਲਰ ਮੈਟ੍ਰਿਕਸ। ਨੈਕਸਟ ਹੈ ਬੱਚੇ ਡਾਇਗਨਲ ਮੈਟ੍ਰਿਕਸ। ਡਾਇਗਨਲ ਮੈਟ੍ਰਿਕਸ ਕਿਹੜਾ ਮੈਟ੍ਰਿਕਸ ਹੈ ਜਿਸ ਮੈਟ੍ਰਿਕਸ ਦੇ ਵਿੱਚ ਇੱਕ ਮੈਂ ਤੁਹਾਨੂੰ ਦੱਸ ਦਿਆਂ ਡਾਇਗਨਲ ਮੈਟ੍ਰਿਕਸ ਸਕੁਏਅਰ ਮੈਟ੍ਰਿਕਸ ਹੁੰਦਾ ਹੈ। ਤਾਂ ਡਾਇਗਨਲ ਮੈਟ੍ਰਿਕਸ ਸਕੁਏਅਰ ਮੈਟ੍ਰਿਕਸ ਨੂੰ ਆਪਾਂ ਡਾਇਗਨਲ ਕਦੋਂ ਕਹਿ ਸਕਦੇ ਹਾਂ ਜਦ ਇਸ ਦੇ ਜੋ ਡਾਇਗਨਲ ਐਲੀਮੈਂਟ ਨੇ, ਜਿਵੇਂ ਇਹ ਮੈਟ੍ਰਿਕਸ ਮੈਂ ਲਿਖਿਆ 4 0 0 1 0 3 0 0, ਜੋ ਆ ਮੈਂ ਸਾਈਨ ਲਾਏ ਨੇ ਆਹ ਡਾਇਗਨਲ ਹੈ ਜਿਹੜਾ ਇਹਦਾ, ਇਹ ਪ੍ਰਿੰਸੀਪਲ ਡਾਇਗਨਲ ਹੈ। ਪ੍ਰਿੰਸੀਪਲ ਡਾਇਗਨਲ ਦੇ ਵਿੱਚ ਜੋ ਐਲੀਮੈਂਟ ਨੇ ਸਾਰੇ ਨੋਨ ਜ਼ੀਰੋ ਨੇ, ਜਾਂ ਆਪਾਂ ਇਹਨੂੰ ਕਹਿ ਦਈਏ ਡਾਇਗਨਲ ਨੂੰ ਛੱਡ ਕੇ ਜੇ ਦੂਸਰੇ ਐਲੀਮੈਂਟ ਜ਼ੀਰੋ ਨੇ ਤਾਂ ਇਹ ਡਾਇਗਨਲ ਮੈਟ੍ਰਿਕਸ ਹੈ। ਜਿਹੜਾ ਮੈਟ੍ਰਿਕਸ ਹੈ ਡਾਇਗਨਲ ਮੈਟ੍ਰਿਕਸ ਹੈ। ਤਾਂ ਇਹਦੇ ਡਾਇਗਨਲ ਜਿਹੜਾ ਸਮ ਆਫ, ਇੱਕ ਨਵੀਂ ਗੱਲ ਹੈ, ਸਮ ਆਫ ਜੋ ਡਾਇਗਨਲ ਐਲੀਮੈਂਟ ਹੈ, ਡਾਇਗਨਲ ਐਲੀਮੈਂਟ ਦਾ ਸਮ ਹੈ is called trace। ਆਪਾਂ ਉਸ ਨੂੰ ਟਰੇਸ ਕਹਿੰਦੇ ਹਾਂ ਜਿਹੜਾ ਸਮ ਆਫ ਮੈਟ੍ਰਿਕਸ ਹੈ, ਟਰੇਸ ਆਫ ਮੈਟ੍ਰਿਕਸ ਬੋਲਾਂਗੇ ਉਹਨੂੰ। ਤਾਂ ਹੋਪ ਹੈ ਤੁਹਾਨੂੰ ਇੱਥੋਂ ਤੱਕ ਸਮਝ ਆ ਰਿਹਾ ਹੋਏਗਾ। ਮੈਂ ਦੁਬਾਰਾ ਫਿਰ ਕਲੀਅਰ ਕਰ ਦਿੰਦਾ, ਜੋ ਆਪਣੇ
ਫਸਟ ਹੈ ਇਹ ਆਪਣਾ ਰੋ ਮੈਟ੍ਰਿਕਸ ਹੈ, ਕੱਲੀ ਰੋ ਇਹਦੇ ਵਿੱਚ ਇੱਕ ਹੈ। ਦੂਸਰਾ ਕਾਲਮ ਮੈਟ੍ਰਿਕਸ ਦੇ ਐਗਜ਼ਾਮਪਲ ਨੇ, ਦੋ ਦਿੱਤੇ ਹੋਏ ਨੇ। ਥਰਡ ਸਕੁਏਅਰ ਮੈਟ੍ਰਿਕਸ। ਸਕੁਏਅਰ ਮੈਟ੍ਰਿਕਸ ਉਹ ਆ ਜਿਹੜਾ ਸਕੁਏਅਰ ਦੀ ਸ਼ੇਪ 'ਚ ਹੋਏਗਾ। ਨੰਬਰ ਆਫ ਰੋ ਤੇ ਕਾਲਮ ਦੋਨੋਂ ਕੀ ਹੋਣਗੇ, ਜਿੰਨਾਂ 'ਚ ਸੇਮ ਹੋਣਗੇ। ਅੱਗੇ ਪੁੱਤਰ ਹੈ ਡਾਇਗਨਲ ਰੈਕਟੈਂਗੂਲਰ ਮੈਟ੍ਰਿਕਸ ਹੋ ਚੁੱਕਿਆ। ਇਹਦੇ ਵਿੱਚ ਰੈਕਟੈਂਗਲ ਦੀ ਸ਼ੇਪ ਬਣੇਗੀ। ਐਗਜ਼ਾਮਪਲ ਤੁਹਾਨੂੰ ਦਿੱਤਾ ਹੋਇਆ 3 2 1 0 5 4। ਦੇਖੋ ਰੋ 2 ਨੇ, ਕਾਲਮ 3 ਨੇ। ਉਸ ਤੋਂ ਬਾਅਦ ਹੈ ਡਾਇਗਨਲ ਮੈਟ੍ਰਿਕਸ। ਡਾਇਗਨਲ ਮੈਟ੍ਰਿਕਸ ਸਕੁਏਅਰ ਮੈਟ੍ਰਿਕਸ ਨੂੰ ਕਹਿੰਦੇ ਆਪਾਂ, ਬਟ ਉਹਦੀ ਕੰਡੀਸ਼ਨ ਕੀ ਹੈ, ਉਹਦੇ ਵਿੱਚ ਜਿਹੜਾ ਮੇਨ ਡਾਇਗਨਲ ਦੇ ਐਲੀਮੈਂਟ ਨੇ ਉਹ ਨੋਨ ਜ਼ੀਰੋ ਚਾਹੀਦੇ, ਜਾਂ ਕਹਿ ਸਕਦੇ ਹਾਂ ਆਪਾਂ ਡਾਇਗਨਲ ਦੇ ਐਲੀਮੈਂਟ ਨੂੰ ਛੱਡ ਕੇ ਜਿਹੜੇ ਦੂਸਰੇ ਐਲੀਮੈਂਟ ਹੈ, ਜੇ ਆਹ ਐਲੀਮੈਂਟ ਨੇ ਇਹ ਆਪਣੇ ਜ਼ੀਰੋ ਹੋਣੇ ਚਾਹੀਦੇ ਨੇ, ਤਾਂ ਇਹ ਆਪਣਾ ਡਾਇਗਨਲ ਮੈਟ੍ਰਿਕਸ ਹੈ। ਤਾਂ ਸਮ ਆਫ ਜੋ ਡਾਇਗਨਲ ਐਲੀਮੈਂਟ ਨੇ ਉਹਨਾਂ ਦਾ ਜਿਹੜਾ ਸਮ ਹੈ ਉਹਨੂੰ ਆਪਾਂ ਟਰੇਸ ਆਫ ਮੈਟ੍ਰਿਕਸ ਆਖਦੇ ਹਾਂ। ਤਾਂ ਇਹਨੂੰ ਆਪਾਂ ਡਾਇਗਨਲ ਡਾਇਗਨਲ ਮੈਟ੍ਰਿਕਸ ਕਹਿੰਦੇ ਹਾਂ। ਡਾਇਗਨਲ ਐਲੀਮੈਂਟ ਨੋਨ ਜ਼ੀਰੋ ਹੋਣੇ ਚਾਹੀਦੇ ਨੇ। ਡਾਇਗਨਲ ਮੈਟ੍ਰਿਕਸ ਤੋਂ ਅੱਗੇ ਕਰ ਰਹੇ ਹਾਂ ਆਪਾਂ ਸਕੇਲਰ ਮੈਟ੍ਰਿਕਸ। ਸਕੇਲਰ ਮੈਟ੍ਰਿਕਸ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈ, ਉਹ ਈਜ਼ੀ ਹੈ ਵੀ। ਸਕੇਲਰ ਮੈਟ੍ਰਿਕਸ ਪੁੱਤਰ, ਜੋ ਸਕੇਲਰ ਮੈਟ੍ਰਿਕਸ ਹੈ ਆਪਣਾ ਸਕੇਲਰ ਮੈਟ੍ਰਿਕਸ ਜਸਟ ਡਾਇਗਨਲ ਮੈਟ੍ਰਿਕਸ ਦੀ ਤਰ੍ਹਾਂ ਜੋ ਉਹਦੇ ਮੇਨ ਡਾਇਗਨਲ ਦੇ ਐਲੀਮੈਂਟ ਹੋਣਗੇ, ਇਹ ਵੀ ਸਕੁਏਅਰ ਮੈਟ੍ਰਿਕਸ ਹੁੰਦਾ ਇਹ ਹੁੰਦਾ ਇੱਕ ਸਕੁਏਅਰ ਮੈਟ੍ਰਿਕਸ। ਤਾਂ ਜੋ ਡਾਇਗਨਲ ਦੇ ਐਲੀਮੈਂਟ ਹੈ ਨੋਨ ਜ਼ੀਰੋ ਤਾਂ ਹੋਣ, ਜਾਂ ਡਾਇਗਨਲ ਦੇ ਐਲੀਮੈਂਟ ਨੂੰ ਛੱਡ ਕੇ ਦੂਸਰੇ ਜ਼ੀਰੋ ਤਾਂ ਹੋਣਗੇ ਇਹਦੇ ਵਿੱਚ, ਦੂਸਰੇ ਐਲੀਮੈਂਟ ਕੀ ਹੋਣਗੇ ਇਹ 'ਚ ਜ਼ੀਰੋ ਹੋਣਗੇ। ਬਟ ਜਿਹੜੇ ਡਾਇਗਨਲ ਦੇ ਐਲੀਮੈਂਟ ਹੋਣਗੇ ਉਹ ਇਹਦੇ ਵਿੱਚ ਸੇਮ ਹੋਣਗੇ। ਡਾਇਗਨਲ ਦੇ ਐਲੀਮੈਂਟ ਕੀ ਹੋਣਗੇ, ਸੇਮ। ਸਪੋਜ਼ ਕਰੋ ਇਹ 4 ਹੈ, 4 4, ਇਹ ਇੱਕ ਆਪਣਾ ਇਹ ਕੁਛ ਵੀ ਹੋ ਸਕਦਾ, 3 ਵੀ ਹੋ ਸਕਦਾ ਇੱਥੇ, 3 3 3, ਬਟ ਕੰਡੀਸ਼ਨ ਇਹ ਸੇਮ ਹੋਣਾ ਚਾਹੀਦਾ। ਜਾਂ ਆਪਾਂ ਇੱਦਾਂ ਵੀ ਲਿਖ ਸਕਦੇ ਹਾਂ ਇਹਨੂੰ 3 3 3। ਤਾਂ ਇਹ ਆਪਣਾ ਇੱਕ ਸਕੇਲਰ ਮੈਟ੍ਰਿਕਸ ਬਣ ਚੁੱਕਿਆ। ਨੈਕਸਟ ਹੈ ਬੱਚੇ ਆਪਣਾ ਸਕੇਲਰ ਮੈਟ੍ਰਿਕਸ ਤੋਂ ਅੱਗੇ ਆਇਡੈਂਟੀਟੀ ਮੈਟ੍ਰਿਕਸ। ਆਇਡੈਂਟੀਟੀ ਮੈਟ੍ਰਿਕਸ ਕਿਹੜਾ ਮੈਟ੍ਰਿਕਸ ਹੈ? ਆਇਡੈਂਟੀਟੀ ਮੈਟ੍ਰਿਕਸ ਦੇ ਵਿੱਚ ਪੁੱਤਰ ਜੋ ਡਾਇਗਨਲ ਆਪਾਂ ਮੈਟ੍ਰਿਕਸ ਕੀਤਾ ਉਸ ਤੋਂ ਬਾਅਦ ਸਕੇਲਰ ਕੀਤਾ, ਹੁਣ ਆਪਾਂ ਆਇਡੈਂਟੀਟੀ ਕਰ ਰਹੇ ਹਾਂ। ਜਿਹੜੇ ਮੇਨ ਡਾਇਗਨਲ ਐਲੀਮੈਂਟ ਹੈ, ਜਿਹੜੇ ਮੈਂ ਇਸ ਤਰ੍ਹਾਂ ਬਣਾ ਰਿਹਾ ਹਰ ਵਾਰ, ਤਾਂ ਉਹ ਈਚ ਸ਼ੁੱਡ 1 ਵੀ ਹਰ ਜੋ ਡਾਇਗਨਲ ਐਲੀਮੈਂਟ ਹੈ ਉਹ 1 ਹੋਣਾ ਚਾਹੀਦਾ, ਦੂਸਰੇ ਤਾਂ ਆਪਣੇ 0 ਹੋਣਗੇ ਸਾਰੇ। ਠੀਕ ਹੈ, ਈਚ ਡਾਇਗਨਲ ਐਲੀਮੈਂਟ ਸ਼ੁੱਡ ਵੀ 1। ਇਟ ਇਜ਼ ਡਿਨੋਟਡ ਬਾਈ I। ਇਹਦਾ ਆਰਡਰ ਕਿੰਨਾ ਹੈ? 3 × 3 ਹੈ। ਇਸ ਕਰਕੇ ਇੱਥੇ ਆਪਾਂ 3 × 3 ਦੀ ਬਜਾਏ ਇਹਨੂੰ ਹਮੇਸ਼ਾ ਇੱਦਾਂ ਲਿਖਿਆ I3। ਇਹਦਾ ਕਿਉਂ ਇੱਦਾਂ ਕਿਉਂ ਲਿਖਦੇ ਹਾਂ, 3/3 ਕਿਉਂ ਨਹੀਂ ਲਿਖਦੇ 3 × 3? ਕਿਉਂਕਿ ਜਿਹੜਾ ਆਇਡੈਂਟੀਟੀ ਮੈਟ੍ਰਿਕਸ ਕਲੀਅਰ ਹੈ, ਉਹ ਇੱਕ ਸਕੁਏਅਰ ਮੈਟ੍ਰਿਕਸ ਹੁੰਦਾ ਹੈ, ਅਤੇ ਸਕੁਏਅਰ ਮੈਟ੍ਰਿਕਸ ਦੇ ਵਿੱਚ ਰੋ ਅਤੇ ਕਾਲਮ ਸੇਮ ਹੁੰਦੇ ਨੇ, ਤਾਂ ਆਪਾਂ ਓਨਲੀ ਇਹਨੂੰ 3 ਨਾਲ ਡੋਨੇਟ ਕਰ ਸਕਦੇ ਹਾਂ। ਸਪੋਜ਼ ਕਰੋ ਇਹ ਮੈਟ੍ਰਿਕਸ ਹੈ, ਇਹਨੂੰ ਆਪਾਂ ਕਾਹਦੇ ਨਾਲ ਡੋਨੇਟ ਕਰਾਂਗੇ? I2 ਨਾਲ, ਕਿਉਂਕਿ 2 ਰੋ ਨੇ, 2 ਇਹਦੇ ਵਿੱਚ ਕਾਲਮ ਨੇ। ਠੀਕ ਹੈ, ਓਕੇ ਬੇਟਾ। ਲਾਸਟ 1 ਇਹਦਾ ਰਹਿ ਚੁੱਕਿਆ ਹੈ, ਜੋ ਆਪਾਂ ਹੁਣ ਪੜ੍ਹੇ ਹੈਗੇ ਡਾਇਗਨਲ, ਸਕੇਲਰ। ਥਰਡ 1 ਜਿਹੜਾ ਆਪਾਂ ਹੁਣ ਪੜ੍ਹ ਰਹੇ ਹਾਂ ਉਹ ਟਰਾਇੰਗੂਲਰ ਮੈਟ੍ਰਿਕਸ ਹੈ। ਇਹ ਜਸਟ ਇੱਕ ਟਰਾਇੰਗੂਲਰ ਮੈਟ੍ਰਿਕਸ ਕਰ ਰਿਹਾ ਮੈਂ, ਹੁਣ ਲਿਖ ਰਿਹਾ ਇੱਥੇ ਟਰਾਇੰਗੂਲਰ ਮੈਟ੍ਰਿਕਸ। ਜੋ ਟਰਾਇੰਗੂਲਰ ਮੈਟ੍ਰਿਕਸ ਹੈ, ਇੱਕ ਇਹਦੀ ਐਗਜ਼ਾਮਪਲ ਮੈਂ ਲੈ ਰਿਹਾ। ਟਰਾਇੰਗੂਲਰ ਮੈਟ੍ਰਿਕਸ ਦੇ ਵਿੱਚ ਕੀ ਹੁੰਦਾ ਬੱਚੇ, ਜਿਹੜਾ ਮੈਟ੍ਰਿਕਸ ਹੈ ਉਹਦੇ ਵਿੱਚ ਜਿਹੜਾ ਐਲੀਮੈਂਟ ਹੈ, ਜਦੋਂ I ਜਾਂ ਤਾਂ ਵੱਡੀ ਹੈ ਜਾਂ I J ਤੋਂ ਛੋਟੀ ਹੈ, ਉਦੋਂ ਕੀ ਹੋਣਾ ਚਾਹੀਦਾ? ਇਹ ਮੰਨ ਸਪੋਜ਼ ਕਰੋ ਆਪਾਂ ਮੈਟ੍ਰਿਕਸ ਨੂੰ ਇੱਦਾਂ ਲਿਖਦੇ ਹੁੰਦੇ ਹਾਂ I J, ਤਾਂ ਇਹਦੇ ਵਿੱਚ I ਜਦੋਂ J ਤੋਂ ਵੱਡੀ ਹੈ ਔਰ I ਦੀ ਵੈਲਿਊ J ਤੋਂ ਛੋਟੀ ਹੈ,
ਤਾਂ ਦੋਨੋਂ ਕੰਡੀਸ਼ਨਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਆਈ ਸ਼ੁੱਡ ਨਾਟ ਇਕੁਅਲ ਟੂ ਜੇ। ਜਦੋਂ ਆਈ ਦੇ ਇਹਨਾਂ ਦੋਨਾਂ ਕੰਡੀਸ਼ਨ ਦੇ ਵਾਸਤੇ ਏ ਆਈ ਜੇ ਜੋ ਐਲੀਮੈਂਟ ਆ ਉਹ 0 ਹੋਣਾ ਚਾਹੀਦਾ, ਤੇ ਇਸ ਵਾਸਤੇ ਕੀ ਚਾਹੀਦਾ, ਏ ਆਈ ਜੇ ਨਾਟ ਇਕੁਅਲ ਟੂ 0। ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਇਹ ਇੱਕ ਡਾਇਗਨਲ ਮੈਟ੍ਰਿਕਸ ਹੀ ਹੈ। ਮੈਂ ਲਿਖ ਰਿਹਾ ਇੱਥੇ ਐਗਜ਼ਾਮਪਲ 4 0 0 2 0 2 1 0 0 0। ਇਹ ਤੁਸੀਂ ਪਹਿਲਾਂ ਵੀ ਆਪਾਂ ਰੀਡ ਕਰ ਚੁੱਕੇ ਹਾਂ। ਇਹ ਇੱਕ ਡਾਇਗਨਲ ਮੈਟ੍ਰਿਕਸ ਹੀ ਹੈ। ਡਾਇਗਨਲ ਮੈਟ੍ਰਿਕਸ ਨੂੰ ਆਪਾਂ ਟ੍ਰਾਇੰਗੂਲਰ ਮੈਟ੍ਰਿਕਸ ਕਹਿ ਸਕਦੇ ਹਾਂ। ਬਟ ਕਿਉਂ ਇਹ ਨਾਮ ਪਿਆ, ਕਿਉਂਕਿ ਇਹਦੇ ਦੋ ਪਾਰਟ ਨੇ ਅੱਗੇ। ਇੱਕ ਤਾਂ ਹੈ ਅਪਰ ਟ੍ਰਾਇੰਗੂਲਰ ਹੈ, ਦੂਸਰਾ ਹੈ ਲੋਅਰ ਟ੍ਰਾਇੰਗੂਲਰ। ਦੋ ਮੈਟ੍ਰਿਕਸ ਆਪਾਂ ਨੂੰ ਡਿਵਾਈਡ ਕਰਾਂਗੇ। ਜਿਹੜਾ ਅਪਰ ਟ੍ਰਾਇੰਗੂਲਰ ਹੈ ਤਾਂ ਮੈਂ ਇਹ ਆਰਡਰ 3 ਹੀ ਲੈ ਰਿਹਾ। ਉਹਦੇ ਵਿੱਚ ਜੋ ਡਾਇਗਨਲ ਐਲੀਮੈਂਟ ਆ, ਸਪੋਜ਼ ਕਰੋ ਇਹ ਡਾਇਗਨਲ ਐਲੀਮੈਂਟ ਤਾਂ ਨੋਨ ਜ਼ੀਰੋ ਹੋਣੇ ਚਾਹੀਦੇ ਨੇ, ਤਾਂ ਡਾਇਗਨਲ ਤੋਂ ਅਬਵ ਵਾਲੇ ਜੇ ਐਲੀਮੈਂਟ ਹੋਣਗੇ ਇੱਥੇ ਉਹ ਵੀ ਨੋਨ ਜ਼ੀਰੋ ਹੋਣਗੇ। ਡਾਇਗਨਲ ਐਲੀਮੈਂਟ ਦੇ ਆਪਾਂ ਐਲੀਮੈਂਟ ਨੂੰ ਦੂਸਰੇ ਇਹਦੇ ਨੀਚੇ ਵਾਲੇ ਆਹ ਜ਼ੀਰੋ ਹੋਣੇ ਚਾਹੀਦੇ ਨੇ। ਆਹ ਇਹ ਅਪਰ ਟ੍ਰਾਇੰਗੂਲਰ ਹੈ। ਅਪਰ ਟ੍ਰਾਇੰਗੂਲਰ ਮੈਟ੍ਰਿਕਸ ਦੀ ਆਪਾਂ ਜੇ ਡੈਫੀਨੇਸ਼ਨ ਲਈਏ ਤਾਂ ਕੀ ਕਹਿ ਸਕਦੇ ਹਾਂ, ਜਦੋਂ ਆਈ ਦੀ ਵੈਲਿਊ ਜੇ ਤੋਂ ਜ਼ਿਆਦਾ ਹੈ, ਆਈ ਦੀ ਵੈਲਿਊ ਜੇ ਤੋਂ ਜ਼ਿਆਦਾ ਹੈ ਤਾਂ ਉਹ ਜਿਹੜੇ ਐਲੀਮੈਂਟ ਹੈ ਆਈ ਜੇ ਕੀ ਚਾਹੀਦੇ ਹੈ, 0 ਚਾਹੀਦੇ ਨੇ। ਆਈ ਦੀ ਵੈਲਿਊ ਕਿਤੇ ਜੇ ਤੋਂ ਜ਼ਿਆਦਾ। ਸਪੋਜ਼ ਕਰੋ ਇਹ ਐਲੀਮੈਂਟ ਹੈ, ਇਹ ਐਲੀਮੈਂਟ ਕਿਹੜਾ ਹੈ, A21 ਹੈ। ਆਈ ਦੀ ਵੈਲਿਊ ਜੇ ਤੋਂ ਜ਼ਿਆਦਾ ਤੇ ਐਲੀਮੈਂਟ 0 ਹੈ। ਤਾਂ ਆਹ ਕੰਡੀਸ਼ਨ ਇਹਦੀ ਯਾਦ ਰੱਖੋਗੇ ਤੁਸੀਂ। ਇਹ ਅਪਰ ਟ੍ਰਾਇੰਗੂਲਰ ਦੀ ਹੈ। ਜੇ ਆਪਾਂ ਲੋਅਰ ਟ੍ਰਾਇੰਗੂਲਰ ਦਾ ਐਗਜ਼ਾਮਪਲ ਲਈਏ, ਲੋਅਰ ਟ੍ਰਾਇੰਗੂਲਰ ਦਾ ਐਗਜ਼ਾਮਪਲ ਕੀ ਹੋਏਗਾ, ਇਹਦੇ ਵਿੱਚ ਇਹ ਐਲੀਮੈਂਟ ਕੁਛ ਵੀ ਹੋ ਸਕਦੇ, ਆਹ 0 ਹੋਣੇ ਚਾਹੀਦੇ ਨੇ, ਆਹ ਕੁਛ ਵੀ ਹੋ ਸਕਦੇ ਨੇ। ਠੀਕ ਹੈ। ਇਸ ਮੈਟ੍ਰਿਕਸ ਦੇ ਵਿੱਚ ਮੈਂ ਦੁਬਾਰਾ ਦੱਸ ਦਿਆਂ ਤੁਹਾਨੂੰ, ਅਪਰ ਟ੍ਰਾਇੰਗੂਲਰ ਦੇ ਵਿੱਚ ਜਦੋਂ ਆਈ ਦੀ ਵੈਲਿਊ ਜੇ ਤੋਂ ਜ਼ਿਆਦਾ ਹੈ ਉਹਦੇ ਵਾਸਤੇ ਜਿਹੜਾ ਐਲੀਮੈਂਟ ਹੈ 0 ਹੋਣਾ ਚਾਹੀਦਾ। ਤੇ ਇਹਦੇ ਅਪੋਜ਼ਿਟ ਦੂਸਰਾ ਲਈਏ ਆਪਾਂ, ਜਦੋਂ ਆਈ ਦੀ ਵੈਲਿਊ ਜੇ ਤੋਂ ਘੱਟ ਹੈ ਤਾਂ ਉਹਦੇ ਵਿੱਚ ਆਈ ਜੇ ਐਲੀਮੈਂਟ ਕੀ ਹੋਣਾ ਚਾਹੀਦਾ, 0 ਹੋਣਾ ਚਾਹੀਦਾ ਹੈ। ਇਹਦੀ ਐਗਜ਼ਾਮਪਲ ਆਪਾਂ ਲਿਖ ਲਈਏ ਛੋਟੀ ਇੱਕ। ਸਪੋਜ਼ ਕਰੋ ਇਹਦੇ ਵਿੱਚ ਲੋਅਰ ਟ੍ਰਾਇੰਗੂਲਰ ਦੀ ਆਪਾਂ ਐਗਜ਼ਾਮਪਲ ਲਿਖ ਰਹੇ ਹਾਂ ਇੱਕ 2 0 0 4 5 0। ਆਹ ਕੁਛ ਵੀ ਲਾਓ ਤੁਸੀਂ 6 3 2। ਜਿਹੜੇ ਆਹ ਐਲੀਮੈਂਟ ਨੇ ਇਹ ਨੀਚੇ ਦੇ ਇੱਕ ਲੋਅਰ ਸਾਈਡ 'ਤੇ ਟ੍ਰਾਇੰਗਲ ਬਣ ਰਹੀ ਹੈ, ਤਾਂ ਉਹਨੂੰ ਅਕਸ਼ਰ ਨੂੰ ਆਪਾਂ ਐਲੀਮੈਂਟ ਨੂੰ ਛੱਡ ਕੇ ਦੂਜੇ 0 ਨੇ, ਜਾਣੀ ਕਿ ਆਹ ਚੀਜ਼ ਤੁਸੀਂ ਇਹਦੇ ਵਾਸਤੇ ਯਾਦ ਰੱਖੋਗੇ। ਤਾਂ ਆਹ ਕੰਡੀਸ਼ਨ ਕਈ ਵਾਰ ਇਹ MCQ ਦੇ ਵਿੱਚ ਕੁਐਸਚਨ ਵੀ ਪੁੱਛਿਆ ਜਾ ਸਕਦਾ। ਤਾਂ ਜੇ ਜਨਰਲ ਫਾਰਮੂਲੇ ਨਾਲ ਪੁੱਛ ਲੈਣ ਤੁਹਾਨੂੰ ਦਿੱਕਤ ਨਹੀਂ ਆਉਣੀ ਚਾਹੀਦੀ। ਇਹ ਤੁਹਾਡਾ ਕਲੀਅਰ